A very sweet morning to all of you students. How are you? I hope all are you fine. So today we will discuss the concept of chapter 4, that's a journals. So in general we will discuss the concept of analysis of transactions. So some transactions are to be discussed in the previous video. Now today we will discuss the concept of trade discount as well as cash discount and some other items. So but there are two types of discount. So discount is two types, but one is trade discount and second one is cash discount. Trade discount is allowed only to the shopkeeper and cash discount is allowed only to the customer as well as other persons. ਸੋ ਬੇਟਾ ਕਹਿਣ ਦਾ ਮਤਲਬ ਇਹ ਵਾ ਕਿ ਡਿਸਕਾਊਂਟ ਦੋ ਤਰ੍ਹਾਂ ਦਾ ਸੀ, ਟ੍ਰੇਡ ਐਜ਼ ਵੈਲ ਐਜ਼ ਕੈਸ਼। ਟ੍ਰੇਡ ਡਿਸਕਾਊਂਟ ਮਿਲਦਾ ਵਾ ਸ਼ਾਪਕੀਪਰ ਨੂੰ ਤੇ ਕੈਸ਼ ਡਿਸਕਾਊਂਟ ਬੇਟਾ ਮਿਲਦਾ ਕਸਟਮਰ ਨੂੰ। ਸੋ ਅੱਜ ਆਪਾਂ ਇਹ ਅਕਾਊਂਟਿੰਗ ਟ੍ਰੀਟਮੈਂਟ ਕਰਨੀ ਹੈ ਟ੍ਰੇਡ ਡਿਸਕਾਊਂਟ ਤੇ ਕੈਸ਼ ਡਿਸਕਾਊਂਟ ਦੀ। ਸੋ ਬੇਟਾ ਟ੍ਰੇਡ ਡਿਸਕਾਊਂਟ ਨੂੰ ਹਮੇਸ਼ਾ ਬੁੱਕ ਦੇ ਵਿੱਚ ਤੁਸੀਂ ਕਦੇ ਵੀ ਸ਼ੋਅ ਨਹੀਂ ਕਰਨਾ। ਟ੍ਰੇਡ ਡਿਸਕਾਊਂਟ ਇਜ਼ ਨਾਟ ਟੂ ਬੀ ਸ਼ੋਨ ਇਨ ਦ ਬੁੱਕਸ ਆਫ ਅਕਾਊਂਟ, ਬਟ ਇਨ ਕੇਸ ਆਫ ਕੈਸ਼ ਡਿਸਕਾਊਂਟ ਇਟ ਇਜ਼ ਟੂ ਬੀ ਸ਼ੋਨ ਇਨ ਦ ਬੁੱਕਸ ਆਫ ਅਕਾਊਂਟ। ਸੋ ਬੇਟਾ ਕਹਿਣ ਦਾ ਮਤਲਬ ਕੀ ਹੋਇਆ ਕਿ ਜਿਹੜਾ ਟ੍ਰੇਡ ਡਿਸਕਾਊਂਟ ਹੈ, ਜਿਹੜੀ ਦੀ ਅਮਾਊਂਟ ਹੈ, ਜਿਹੜਾ ਟ੍ਰੇਡ ਡਿਸਕਾਊਂਟ ਹੈ ਉਹ ਬੁੱਕਸ ਤੇ ਜਿਹੜਾ ਵਾ ਅਮਾਊਂਟ ਸਿੱਧੀ ਡਿਡਕਟ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਆਪਾਂ ਕੋਈ ਗੁੱਡਸ ਪਰਚੇਜ਼ ਕੀਤੀ ਹੈ 50,000 ਦੀ, ਉਹਦਾ ਡਿਸਕਾਊਂਟ ਮਿਲਿਆ 2% ਤੇ 50,000 ਦਾ 2% ਹੋ ਗਿਆ 1,000। 50,000 ਚੋਂ 1,000 ਲੈਸ ਕਰਕੇ ਜਿਹੜੀ ਤੁਸੀਂ ਐਂਟਰੀ ਪਾਸ ਕਰੋਗੇ ਪਰਚੇਜ਼ ਦੀ, ਪਰਚੇਜ਼ ਅਕਾਊਂਟ ਟੂ ਕੈਸ਼ ਜਾਂ ਜਿਹੜਾ ਵੀ ਪਰਸਨ ਦਾ ਨਾਮ ਹੋਊਗਾ, ਉੱਥੇ ਤੁਸੀਂ ਅਮਾਊਂਟ ਬੇਟਾ ਕਿੰਨੀ ਸ਼ੋ ਕਰੋਗੇ 49,000। So that is the case of when we goods are purchased from at the trade discount, and same we case that's purchase goods from 50,000 from at cash discount rupees 10%। बेटा उन 50,000 की गुड्स खरीदियाँ, कितना डिस्काउंट लगाता है कैश डिस्काउंट 10%। जो 10% कैश डिस्काउंट लग गया तो then it means की हो गया बेटा 50,000 ਦਾ 10% हो गया 5,000। ਹੁਣ कैश डिस्काउंट ਨੂੰ ਆਪਾਂ ਬੁੱਕਸ ਦੇ ਵਿੱਚ ਕੀ ਕਰਨਾ ਬੇਟਾ, ਸ਼ੋ ਕਰਨਾ। कैश डिस्काउंट is to be shown in the books। ਸੋ ਡਿਸਕਾਊਂਟ ਕੀ ਹੈ, ਸਾਡਾ ਐਕਸਪੈਂਸ ਹੈ। ਤਾਂ ਐਂਟਰੀ ਕੀ ਬਣੀ, ਪਰਚੇਜ਼ ਅਕਾਊਂਟ ਡੈਬਿਟ, ਡਿਸਕਾਊਂਟ ਅਕਾਊਂਟ ਡੈਬਿਟ ਟੂ ਕੈਸ਼। ਪਰਚੇਜ਼ ਅਸੀਂ ਗੁੱਡਸ ਕੀਤੀਆਂ 45,000 ਦੀਆਂ, 5,000 ਦਾ ਕੈਸ਼ ਆ ਗਿਆ ਪਰਚੇਜ਼ ਟੂ ਕੈਸ਼। ਅੱਛਾ ਸਾਨੂੰ ਫਾਇਦਾ ਹੋ ਗਿਆ। ਕਿਸ ਤਰ੍ਹਾਂ ਫਾਇਦਾ ਹੋਇਆ, ਕਿਉਂਕਿ ਅਸੀਂ ਗੁੱਡਸ 50 ਦੇ ਖਰੀਦਿਆ ਸੀ ਤੇ ਸਾਨੂੰ ਕਿੰਨੇ ਪੈਸੇ ਪੇ ਕਰਨੇ ਪੈ ਗਏ 45,000 ਤੇ 5,000 ਦਾ ਫਾਇਦਾ ਹੋ ਗਿਆ। ਦੈਟਸ ਇਟ, ਡਿਸਕਾਊਂਟ ਰਿਸੀਵ। ਤਾਂ ਕੀ ਐਂਟਰੀ ਬਣ ਗਈ ਬੇਟਾ, ਪਰਚੇਜ਼ ਟੂ ਕੈਸ਼ ਟੂ ਡਿਸਕਾਊਂਟ ਰਿਸੀਵ। ਸੇਮ ਇਨ ਕੇਸ ਆਫ ਸੇਲ, ਜਦੋਂ ਬੇਟਾ ਆਪਾਂ ਸੇਲ ਕਰਾਂਗੇ ਉਸ ਟਾਈਮ ਤੇ ਦੇਖੋ ਕੀ ਹੋਊਗੀ, ਸੇਲ ਕਰਨ ਤੇ ਪਰਸਨ ਦਾ ਨਾਮ ਹੋਊਗਾ, ਕੁਝ ਲਿਖਿਆ ਹੋਊਗਾ ਐਕਸ ਪਰਸਨ, ਰਾਜ ਪਰਸਨ, ਵਾਈ ਪਰਸਨ, ਰਾਮ, ਸ਼ਾਮ, ਕੁਛ ਐਨੀ ਵਟਐਵਰ ਪਰਸਨ ਇਜ਼ ਟੂ ਬੀ ਗਿਵਨ ਐਟ ਦ ਟਾਈਮ ਆਫ ਦ ਸੇਲ ਦੈਟ ਇਜ਼ ਟੂ ਬੀ ਸ਼ੋਨ ਇਨ ਦ ਬੁੱਕਸ ਆਫ ਅਕਾਊਂਟ ਹੈਜ਼ ਟੂ ਬੀ ਡੈਬਿਟਡ। ਸੋ ਕਹਿਣ ਦਾ ਮਤਲਬ ਮੇਰਾ ਬੇਟਾ ਇਹ ਸੀਗਾ ਕਿ ਜਦੋਂ ਆਪਾਂ ਕਿਸੇ ਨੂੰ ਮੰਨ ਲਓ ਗੁੱਡਸ ਸੇਲ ਕਰਦੇ ਪਏ ਉਹਦਾ ਪਰਸਨ ਦਾ ਨਾਮ ਲਿਖ ਕੇ ਟੂ ਸੇਲ ਪਾ ਦਾਂਗੇ ਤੇ ਉਹਦੀ ਅਮਾਊਂਟ ਨੂੰ ਕੀ ਕਰ ਦਾਂਗੇ ਸੇਮ ਐਜ਼ ਇਟ ਇਜ਼ ਕੇਸ ਕਿ ਜਿੱਦਾਂ ਮੰਨ ਲਓ ਫਿਰ ਆਪਾਂ ਗੁੱਡਸ ਵੇਚੀਏ 60,000 ਦੇ, 60,000 ਦਾ 10% ਹੋ ਗਿਆ 6,000। ਕਿਹਨੂੰ ਸੇਲ ਗੁੱਡਸ ਕੀਤੀਆਂ, ਰਾਮ ਨੂੰ, ਰਾਮ ਅਕਾਊਂਟ ਡੈਬਿਟ ਟੂ ਡੈਟਰ, ਰਾਮ ਅਕਾਊਂਟ ਡੈਬਿਟ ਟੂ ਸੇਲ। 60,000 ਦਾ 10% ਹੋ ਗਿਆ 6,000, 60,000 ਚੋਂ 6,000 ਚਲੇ ਗਏ ਤੇ ਕਿੰਨਾ ਆਪਣੇ ਕੋਲ ਆਂਸਰ ਆ ਗਿਆ 54,000। ਸਿੱਧੇ ਤੁਸੀਂ ਡਾਇਰੈਕਟ ਐਂਟਰੀ ਪਾਸ ਕਰ ਦੋਗੇ ਰਾਮ ਟੂ ਸੇਲ। ਨੈਕਸਟ ਐਂਟਰੀ ਸ਼ੋਭਿਤ ਨੂੰ ਗੁੱਡ ਸੇਲ ਕੀਤੀਆਂ ਐਟ 10% ਕੈਸ਼ ਡਿਸਕਾਊਂਟ। ਹੁਣ 60,000 ਦਾ 10% 6,000। ਹੁਣ ਆਪਾਂ ਬੁੱਕਸ 'ਚ ਸ਼ੋਅ ਕਰਾਂਗੇ ਸ਼ੋਭਿਤ ਡਿਸਕਾਊਂਟ। ਹੁਣ ਗੁੱਡਸ ਵੇਚੀਆਂ, ਸਾਨੂੰ ਨੁਕਸਾਨ ਹੋ ਗਿਆ, ਡਿਸਕਾਊਂਟ ਡੈਬਿਟ ਹੋ ਗਿਆ। ਪਹਿਲਾਂ ਖਰੀਦਣ ਤੇ ਡਿਸਕਾਊਂਟ ਕ੍ਰੈਡਿਟ ਸੀ, ਦੈਟਸ ਇਨਕਮ। ਸੇਲ ਕਰਨ ਤੇ ਡਿਸਕਾਊਂਟ ਸਾਡੀ ਕੀ ਹੋ ਗਈ, ਡੈਬਿਟ, ਨੁਕਸਾਨ ਹੋ ਗਿਆ। ਸ਼ੋਭਿਤ ਡਿਸਕਾਊਂਟ ਟੂ ਸੇਲ 54,000, 6,000, 60,000। then ਬੇਟਾ ਨੈਕਸਟ ਟੌਪਿਕ ਆ ਜਾਂਦਾ ਡੈਟਸ ਏ ਬੈਡ ਡੈਟ। ਬੈਡ ਡੈਟ ਇਜ਼ ਐਨ ਐਕਸਪੈਂਸ। ਬੈਡ ਡੈਟ ਐਕਸਪੈਂਸ ਹੈ। ਸੋ ਬੇਟਾ ਬੈਡ ਡੈਟ ਦੀ ਕੀ ਐਂਟਰੀ ਟ੍ਰਾਂਜੈਕਸ਼ਨ ਬਣ ਜਾਂਦੀ ਹੈ। ਬੈਡ ਡੈਟ ਕਿ ਆਪਾਂ ਕਿਸੇ ਪਾਰਟੀ ਕੋਲੋਂ ਪੈਸੇ ਲੈਣੇ ਸੀ, ਜਦੋਂ ਪੈਸੇ ਲੈਣੇ ਜਿਹੜੇ ਪਾਰਟੀ ਕੋਲੋਂ, ਉਹ ਪਾਰਟੀ ਕੋਲੋਂ ਜਿਹੜੇ ਪੈਸੇ ਲੈਣੇ ਆ ਕੀ ਹੋ ਗਏ, ਇਹ ਰਿਕਵਰੇਬਲ ਅਮਾਊਂਟ ਫਰੋਮ ਦ ਕਸਟਮਰ। ਇਟ ਇਜ਼ ਅ ਲਾਸ ਟੂ ਦ ਬਿਜ਼ਨਸ, ਦੈਟ ਇਜ਼ ਅ ਲਾਸ ਡਿਊ ਟੂ ਡੈਥ, ਇਨਸੋਲਵੈਂਸੀ ਐਂਡ ਡਿਸਹੋਨੈਸਟੀ। ਸੋ ਬਟ ਇਹਦੀ ਐਂਟਰੀ ਕੀ ਹੁੰਦੀ ਹੈ, ਕੈਸ਼ ਅਕਾਊਂਟ ਬੈਡ ਡੈਟ ਅਕਾਊਂਟ ਡੈਬਿਟ, ਕੈਸ਼ ਅਕਾਊਂਟ ਡੈਬਿਟ ਟੂ ਬੈਡ ਡੈਟ ਅਕਾਊਂਟ ਟੂ ਜਿਸ ਪਾਰਟੀ ਕੋਲੋਂ ਅਸੀਂ ਪੈਸੇ ਲੈਣੇ ਉਹਦਾ ਨਾਮ ਲਿਖ ਲਵਾਂਗੇ। ਟੂ ਸਪੋਜ਼ ਕੋਈ ਵੀ ਨਾਮ ਲਿਖ ਦਿੱਤਾ, ਟੂ ਅਖਤਰ, ਟੂ ਅਖਤਰ, ਕੈਸ਼ ਅਕਾਊਂਟ ਬੈਡ ਡੈਟ ਅਕਾਊਂਟ ਟੂ ਅਖਤਰ। So but a bad debt is an expense, it is shown in the books of account, it should be debited। So beta ਇਹਦੀ ਟ੍ਰਾਂਜੈਕਸ਼ਨ ਆਪਣੀ ਕੀ ਬਣ ਗਈ, ਕੈਸ਼ ਅਕਾਊਂਟ ਬੈਡ ਡੈਟ ਅਕਾਊਂਟ ਟੂ ਅਖਤਰ। ਕਿੰਨੀ ਅਮਾਊਂਟ, ਕੁਛ ਨਾ ਅਮਾਊਂਟ ਲਿਖਿਆ ਹੋਊਗਾ 10,000 ਲੈਣਾ ਸੀ, 20% ਬੈਡ ਡੈਟ ਹੋ ਗਿਆ, 30% ਬੈਡ ਡੈਟ ਹੋ ਗਿਆ, whatever amount is to bad debt is to be given in the books of account, like 20% bad debt 10,000 and 20% ਹੋ ਗਿਆ 2,000। तो कैश कितना बेटा रिसीव हुआ 8,000 and bad debt is to be 2,000 and total amount that should be cash bad debt to जो भी नाम से whatever 8,000, 2,000 and 10,000। Similarly when bad debt is recovered ਕਿ earlier ਜੋ ਆਪਾਂ ਐਂਟਰੀ ਪਾਸ ਕੀਤੀ ਸੀ bad debt ਦੀ, ਉਹ ਸਾਨੂੰ ਜਿਹੜੇ ਪੈਸੇ ਸੀਗੇ bad debt ਦੇ ਉਹ ਕੀ ਹੋ ਗਏ ਆ, ਰਿਸੀਵ ਹੋ ਗਏ। Now bad debt amount is to be received in the books of account, that's a cash account debit to bad debt recover। ਕਿ ਜਿਹੜੇ ਪੈਸੇ ਸਾਡੇ
ਬੈਡ ਹੋਏ ਸੀਗੇ, ਹੁਣ ਉਹ ਸਾਡੇ ਕੀ ਹੋ ਗਏ, ਪੈਸੇ ਰਿਕਵਰ ਹੋ ਗਏ। ਤਾਂ ਐਂਟਰੀ ਕੀ ਬੇਟਾ ਬਣ ਗਈ, ਕੈਸ਼ ਅਕਾਊਂਟ ਡੈਬਿਟ ਟੂ ਬੈਡ ਡੈਟ ਰਿਕਵਰ, ਕਿ ਡੁੱਬੇ ਹੋਏ ਸਾਡੇ ਪੈਸੇ ਕੀ ਹੋ ਗਏ ਬੇਟਾ, ਰਿਸੀਵ ਹੋ ਗਏ। ਦੈਨ ਉਸ ਤੋਂ ਬਾਅਦ ਆ ਗਿਆ ਐਕਸਪੈਂਸਿਸ ਔਨ ਪਰਚੇਜ਼ ਐਂਡ ਸੇਲ। ਕਿਹੜੀ ਟ੍ਰਾਂਜੈਕਸ਼ਨ ਆ ਗਈ, ਪਰਚੇਜ਼ ਸੇਲ ਦੀਆਂ ਟ੍ਰਾਂਜੈਕਸ਼ਨਸ ਆ ਗਈਆਂ। ਕਿ ਆਪਾਂ ਹੁਣ ਕੋਈ ਗੁੱਡਸ ਪਰਚੇਜ਼ ਕੀਤੀ ਹੈ, ਉਹਦੇ ਉੱਪਰ ਸਾਨੂੰ ਕਿੰਨਾ ਐਕਸਪੈਂਸ ਕਰਨਾ ਪਿਆ, ਉਹਦੇ ਪਰਚੇਜ਼ ਦੀ ਐਂਟਰੀ ਦੇ ਵਿੱਚ ਤੇ ਸੇਲ ਦੀ ਐਂਟਰੀ ਦੇ ਵਿੱਚ ਉਹਨੂੰ ਆਪਾਂ ਕਿਸ ਤਰੀਕੇ ਨਾਲ ਸ਼ੋਅ ਕਰਨਾ। ਸਪੋਜ਼ ਆਪਾਂ ਕੋਈ ਗੁੱਡਸ ਪਰਚੇਜ਼ ਕੀਤੀਆਂ ਵਾ, ਪਰਚੇਜ਼ ਅਕਾਊਂਟ ਕੋਈ ਉਹਦਾ ਖਰਚਾ ਪੇ ਕੀਤਾ, ਕੈਰੇਜ ਕੋਈ ਕਾਰਟੇਜ, ਪਰਚੇਜ਼ ਅਕਾਊਂਟ ਡੈਬਿਟ, ਕਾਰਟੇਜ ਅਕਾਊਂਟ ਡੈਬਿਟ ਟੂ ਕੈਸ਼। ਕੋਈ ਗੁੱਡ ਸੇਲ ਕੀਤੀ ਹੈ, ਕੈਸ਼ ਅਕਾਊਂਟ ਟੂ ਸੇਲ, ਕੋਈ ਕਮਿਸ਼ਨ ਮਿਲੀ ਹੈ, ਕਮਿਸ਼ਨ ਪੇ ਕੀਤੀ ਹੈ, ਸੇਲ ਕਮਿਸ਼ਨ ਟੂ ਕੈਸ਼। ਮਤਲਬ ਟ੍ਰਾਂਜੈਕਸ਼ਨ ਦਾ ਐਨਾਲਿਸਿਸ ਕੀਤਾ, ਕਿਹੜੀ ਟ੍ਰਾਂਜੈਕਸ਼ਨ ਬੇਟਾ, ਪਰਚੇਜ਼ ਐਂਡ ਸੇਲ ਦੀਆਂ ਟ੍ਰਾਂਜੈਕਸ਼ਨ, ਕਿ ਪਰਚੇਜ਼ ਐਂਡ ਸੇਲ ਦਾ ਐਨਾਲਿਸਿਸ ਕਰਕੇ ਉਹਦੇ ਉੱਪਰ ਸਾਨੂੰ ਕਿੰਨਾ ਐਕਸਪੈਂਸ ਸ਼ੋ ਹੋ ਰਿਹਾ। ਦੈਨ ਉਸ ਤੋਂ ਬਾਅਦ ਨੈਕਸਟ ਆ ਜਾਂਦੀ ਪ੍ਰੋਫਿਟ ਔਰ ਲਾਸ ਔਨ ਸੇਲ ਆਫ ਗੁੱਡਸ। ਕਿ ਆਪਾਂ ਜਿਹੜੇ ਕੋਈ ਗੁੱਡਸ ਵੇਚਦੇ ਪਏ, ਖਰੀਦਦੇ ਪਏ, ਪਰਚੇਜ਼ ਸੇਲ ਕਰਦੇ ਪਏ, ਸਾਨੂੰ ਉਸ ਪਰਚੇਜ਼ ਸੇਲ ਤੇ ਪ੍ਰੋਫਿਟ ਲਾਸ ਕਿੰਨਾ ਹੋ ਰਿਹਾ। ਮਤਲਬ ਜ਼ਿਆਦਾਤਰ ਆਪਾਂ ਗੁੱਡਸ ਨੂੰ ਕਰਾਂਗੇ ਸੋਲਡ ਕਰਾਂਗੇ। ਸਪੋਜ਼ ਲਿਖਿਆ ਹੋਊਗਾ ਗੁੱਡਸ 3000 ਦੇ ਗੁੱਡਸ ਸੋਲਡ ਕਰਦੀਆਂ 5000 ਸੋ ਪ੍ਰੋਫਿਟ ਕਿੰਨਾ ਹੋ ਗਿਆ, ਪਹਿਲਾਂ ਸੇਲ ਦੀ ਐਂਟਰੀ ਪਾਸ ਕਰ ਦਾਂਗੇ, ਕੈਸ਼ ਟੂ ਸੇਲ ਟੂ ਪ੍ਰੋਫਿਟ, ਕੈਸ਼ 5000 ਟੂ ਸੇਲ 3000, 2000 ਦਾ ਕੀ ਹੋ ਗਿਆ, ਪ੍ਰੋਫਿਟ ਹੋ ਗਿਆ। ਸਮਟਾਈਮਸ ਫਰਨੀਚਰ ਨੂੰ ਵੇਚਿਆ ਜਾਂਦਾ, ਕੋਈ ਸ਼ੇਅਰਸ ਵੇਚੇ ਜਾਂਦੇ ਆ, ਕੋਈ ਉੱਤੇ ਸਾਨੂੰ ਬ੍ਰੋਕਰੇਜ ਵਗੈਰਾ ਕੋਈ ਖਰਚਾ ਵਗੈਰਾ ਪੇ ਹੋ ਜਾਂਦਾ। ਦੈਟਸ ਇਟ, ਟ੍ਰਾਂਜੈਕਸ਼ਨ ਦੇ ਅੰਦਰ ਪਰਚੇਜ਼ ਐਂਡ ਸੇਲ ਐਂਡ ਪ੍ਰੋਫਿਟ ਐਂਡ ਲਾਸ ਸ਼ੁੱਡ ਬੀ ਅਕਰਡ। ਦੈਨ ਨੈਕਸਟ ਟ੍ਰਾਂਜੈਕਸ਼ਨ ਆ ਗਿਆ ਲੋਨ ਟੇਕਨ ਐਂਡ ਲੋਨ ਐਡਵਾਂਸ। ਬੋਰੋਡ ਕੀਤਾ, ਸਮਟਾਈਮਸ ਬੋਰੋ 10000 ਫਰਮ ਜੈਨੀਫਾਈ, ਕੈਸ਼ ਅਕਾਊਂਟ ਡੈਬਿਟ ਟੂ ਜੈਨੀਫਾਈ ਲੋਨ ਅਕਾਊਂਟ ਐਂਡ ਪੇ ਕਰ ਦਿੱਤਾ ਲੋਨ ਟੂ ਸਾਨੀਆ ਅਕਾਊਂਟ ਡੈਬਿਟ ਟੂ ਕੈਸ਼। ਕਿ ਮਤਲਬ ਪੈਸਾ ਲੈ ਰਹੇ ਆ ਐਂਡ ਪੈਸਾ ਦੇ ਰਹੇ। ਬੇਟਾ ਤੁਹਾਨੂੰ ਇੱਕ ਟ੍ਰਾਂਜੈਕਸ਼ਨ ਦੀ ਗੱਲ ਦੱਸੀ ਸੀ ਕਿ ਜਦੋਂ ਤੁਹਾਡੇ ਕੋਲ ਕਿਸ ਤਰੀਕੇ ਨਾਲ ਐਨਾਲਿਸਿਸ ਕਰਨਾ ਵਾ, ਐਨਾਲਿਸਿਸ ਕਰਨ ਸਮੇਂ ਧਿਆਨ ਕੀ ਰੱਖਣਾ ਵਾ ਕਿ ਚੈੱਕ ਕਰੋ ਕਿ ਕੈਸ਼, ਜਦੋਂ ਆਪਾਂ ਕੋਈ ਗੱਲ ਕਰਦੇ ਵੇ ਲੋਨ ਟੇਕਨ ਕੀਤਾ, ਰਾਈਟ, ਤੁਹਾਡੇ ਕੋਲ ਕੀ ਆਇਆ ਬੇਟਾ, ਕੈਸ਼ ਆ ਗਿਆ। ਕੈਸ਼ ਇਜ਼ ਐਨ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਮਤਲਬ ਰੂਲ ਕੀ ਕਹਿੰਦਾ ਸੀ, ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। ਤਾਂ ਸੋ ਆਪਣੇ ਕੋਲ ਕੈਸ਼ ਕੀ ਬੇਟਾ ਆ ਰਿਹਾ, ਜੇ ਕੈਸ਼ ਆ ਰਿਹਾ ਤੇ ਇਹਨੂੰ ਕੀ ਕਰਾਂਗੇ, ਡੈਬਿਟ। ਯਾਦ ਰੱਖ ਲਓ, ਜਿੱਥੇ ਕੈਸ਼ ਆਵੇਗਾ, ਜਿੱਥੇ ਬੇਟਾ ਕੈਸ਼ ਆਊਗਾ ਤੇ ਉਹਨੂੰ ਆਪਾਂ ਕੀ ਕਰਾਂਗੇ, ਡੈਬਿਟ ਕਰਾਂਗੇ, ਰਾਈਟ। ਜਿੱਥੇ ਕੈਸ਼ ਜਾਊਗਾ ਤੇ ਉਹਨੂੰ ਆਪਾਂ ਕੀ ਕਰਾਂਗੇ, ਕ੍ਰੈਡਿਟ। ਓਕੇ ਬੇਟਾ, ਰਾਈਟ। ਦੈਨ ਇਸ ਤੋਂ ਬਾਅਦ ਸਿਮਿਲਰਲੀ ਲੋਨ ਪੇ ਕਰਨ ਦਾ ਮਤਲਬ ਕੈਸ਼ ਇਜ਼ ਟੂ ਬੀ ਗੋਇੰਗ ਐਂਡ ਕੈਸ਼ ਇਜ਼ ਐਸਟ। ਕੈਸ਼ ਰੀਅਲ ਹੈ, ਰੀਅਲ ਕੀ ਕਹਿ ਰਿਹਾ ਸੀ, debit what comes in, credit what goes out. Cash is to be going out, that's why cash is to be credited. ਰਾਈਟ ਬੇਟਾ। ਸੋ ਕਹਿਣ ਦਾ ਮਤਲਬ ਟ੍ਰਾਂਜੈਕਸ਼ਨ ਨੂੰ ਐਨਾਲਿਸਿਸ ਕਰਦੇ ਸਮੇਂ ਚੈੱਕ ਕਰਨਾ ਹੈ ਕਿ ਵੈਦਰ ਕੈਸ਼ ਇਜ਼ ਟੂ ਬੀ ਕਮਿੰਗ ਐਂਡ ਕੈਸ਼ ਇਜ਼ ਟੂ ਬੀ ਗੋਇੰਗ। ਕਿ ਐਕਸਪੈਂਸ ਦੇ ਵਿੱਚ ਵੀ ਸੇਮ ਇੱਦਾਂ ਚੱਲੂਗਾ ਕਿ ਚੈੱਕ ਕਰੋ। ਤੁਹਾਨੂੰ 3 ਟਾਈਪਸ ਦੇ ਰੂਲ ਦੱਸੇ ਸੀ, ਪਰਸਨਲ, ਰੀਅਲ, ਨੋਮੀਨਲ। ਤਿੰਨਾਂ ਦੇ ਤੁਹਾਨੂੰ ਰੂਲ ਬਾਰੇ ਪਤਾ ਹੋਣਾ ਚਾਹੀਦਾ। ਪਰਸਨਲ ਦਾ ਰੂਲ ਬੇਟਾ ਕੀ ਕਹਿੰਦਾ ਸੀ, ਕਿਹੜੀ ਅਪਰੋਚ ਦੇ ਅੰਦਰ, ਟ੍ਰੈਡੀਸ਼ਨਲ ਅਪਰੋਚ ਦੇ ਅੰਦਰ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਰੀਅਲ ਦੇ ਵਿੱਚ ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। Nominal debit all expenses and losses, credit all income and gains. So there are different types of the rule under the account, personal, real, nominal. That's a golden rule of accounting under traditional system of the accounting. When we analyze the transaction, ਬੇਟਾ ਜਦੋਂ ਤੁਸੀਂ ਟ੍ਰਾਂਜੈਕਸ਼ਨ ਦਾ ਐਨਾਲਿਸਿਸ ਕਰੋਗੇ, ਤੁਸੀਂ ਇਸ ਰੂਲ ਨੂੰ ਪ੍ਰੋਪਰਲੀ ਸਾਈਡ ਬਾਈ ਸਾਈਡ ਫੋਲੋ ਕਰੋਗੇ। ਤੁਹਾਨੂੰ ਮਾਈਂਡ ਦੇ ਵਿੱਚ ਕਨਸੈਪਟ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਟ੍ਰਾਂਜੈਕਸ਼ਨ ਨੂੰ ਡੈਬਿਟ ਕਿਸ ਤਰੀਕੇ ਨਾਲ ਕਰਨਾ, ਕ੍ਰੈਡਿਟ ਕਿਸ ਤਰੀਕੇ ਨਾਲ ਕਰਨਾ। ਦੈਟ ਇਜ਼ ਦ ਚੈਪਟਰ journal. Its most important concept is to passing the transaction of recording entry. Then ਇਸ ਤੋਂ ਬਾਅਦ ਬੇਟਾ ਨੈਕਸਟ ਟ੍ਰਾਂਜੈਕਸ਼ਨ ਤੁਹਾਡੀ ਆ ਗਈ। ਨੈਕਸਟ ਟ੍ਰਾਂਜੈਕਸ਼ਨ ਦੇ ਵਿੱਚ ਤੁਹਾਡੇ ਕੋਲ ਆ ਜਾਂਦਾ ਵਾ ਐਕਸਪੈਂਸ ਪੇਡ ਐਂਡ ਆਊਟਸਟੈਂਡਿੰਗ। ਹੁਣ ਐਕਸਪੈਂਸਿਸ ਪੇ ਕਰਦੇ, ਸੈਲਰੀ ਆਫ ਦੀ ਸਟਾਫ, ਸੈਲਰੀ ਟੂ ਕੈਸ਼, ਆਊਟਸਟੈਂਡਿੰਗ ਆ ਗਈ, ਸੈਲਰੀ ਟੂ ਸੈਲਰੀ ਆਊਟਸਟੈਂਡਿੰਗ ਆ ਗਈ, ਪ੍ਰੀਵੀਅਸ ਈਅਰ ਦੀ ਆ ਗਈ ਸੈਲਰੀ ਆਊਟਸਟੈਂਡਿੰਗ ਟੂ ਕੈਸ਼, ਨੈਕਸਟ ਈਅਰ ਦੀ ਆ ਗਈ ਸੈਲਰੀ ਪ੍ਰੀਪੇਡ ਟੂ ਕੈਸ਼। ਸੋ ਐਕਸਪੈਂਸਿਸ ਕਿਹੜੇ ਸੀ ਬੇਟਾ, ਐਂਡ ਆਊਟਸਟੈਂਡਿੰਗ। ਐਕਸਪੈਂਸਿਸ ਆਊਟਸਟੈਂਡਿੰਗ ਐਂਡ ਪ੍ਰੀਪੇਡ ਐਕਸਪੈਂਸਿਸ। ਇਨਕਮ ਰਿਸੀਵਡ ਇਨ ਐਡਵਾਂਸ, ਇਨਕਮ ਕਰੰਟ ਈਅਰ ਦੀ ਇਨਕਮ ਰਿਸੀਵ ਕੀਤੀ। ਫਿਰ ਉਹੀ ਗੱਲ, ਰਿਸੀਵ ਕੀ ਕੀਤਾ ਵਾ, ਰਿਸੀਵ ਕੈਸ਼ ਕੀਤਾ ਤਾਂ ਕੈਸ਼ ਲਿਖਾਂਗੇ। ਕੈਸ਼ ਇਜ਼ ਟੂ ਬੀ ਕਮਿੰਗ ਐਂਡ ਕੈਸ਼ ਇਜ਼ ਟੂ ਰੀਅਲ ਇਜ਼ ਟੂ ਬੀ ਡੈਬਿਟ ਵਟ ਕਮਸ ਇਨ, ਸੋ ਦੈਟਸ ਵਾਈ ਕੈਸ਼ ਇਜ਼ ਟੂ ਬੀ ਡੈਬਿਟਡ, ਰਾਈਟ। ਐਂਡ ਵਟ ਐਵਰ ਇਜ਼ ਕ੍ਰੈਡਿਟ, ਕੀ ਰਿਸੀਵ ਕੀਤਾ, ਇਨਕਮ ਰਿਸੀਵ ਕੀਤੀ, ਇਨਕਮ ਇਜ਼ ਟੂ ਬੀ ਕ੍ਰੈਡਿਟ। ਇਨਕਮ ਦਾ ਨਾਮ ਬੇਟਾ ਕੀ ਹੈ, ਰੈਂਟ ਰਿਸੀਵ। ਐਂਡ ਸਿਮਿਲਰਲੀ ਡਿਊ ਬਟ ਨਾਟ ਰਿਸੀਵ, ਦੈਟਸ ਏ accrued, that's a accrued rent received, rent accrued, so that is the asset. Last year cash to rent account received. Then goods given as charity, advertisement, ਕਿ ਜਿਹੜੀਆਂ ਬੇਟਾ ਗੁੱਡਸ ਆਪਾਂ ਖਰੀਦਦੇ ਹੁੰਦੇ ਸੀ, ਅੱਜ ਉਹਨਾਂ ਨੂੰ ਆਪਾਂ ਕੀ ਕਰਦਾ, ਦਾਨ ਦੇ ਦਿੱਤਾ। ਇੱਥੇ ਯਾਦ ਰੱਖੋ ਪਰਚੇਸ ਕੀ ਹੋ ਜਾਂਦੀ ਬੇਟਾ, ਕ੍ਰੈਡਿਟ ਹੋ ਜਾਂਦੀ। ਤਾਂ ਐਂਟਰੀ ਕੀ ਬਣ ਗਈ, ਚੈਰਿਟੀ ਅਕਾਊਂਟ ਡੈਬਿਟ ਟੂ ਪਰਚੇਸ।
ਸਮਟਾਈਮਸ ਕੁਛ ਅਮਾਊਂਟ ਕੈਸ਼ ਵਿੱਚ ਵੀ ਆ ਸਕਦੀ ਹੈ, ਸਮਟਾਈਮਸ ਲਾਸ ਹੋ ਜਾਂਦਾ, ਇੰਸ਼ੋਰੈਂਸ ਕੰਪਨੀ ਲਾਸ ਬਾਈ ਫਾਇਰ ਟੂ ਪਰਚੇਸ, ਕੋਈ ਪੇਮੈਂਟ ਵਗੈਰਾ ਕੋਈ ਰਿਸੀਵ ਕਰਨੀ ਕਿਸੇ ਦੇ ਬਿਹਾਫ ਤੇ, ਕੋਈ ਬੈਂਕ ਦੀ ਟ੍ਰਾਂਜੈਕਸ਼ਨ ਕੈਸ਼ ਡਿਪੋਜ਼ਿਟ ਕਰਵਾਤਾ, ਬੈਂਕ ਡਿਪੋਜ਼ਿਟ ਕਰਵਾਤਾ। ਸੋ देयर आर डिफरेंट टाइप्स ऑफ द ट्रांजेक्शन एंड पेमेंट रिसीव्ड एडवांस। थैंक्स।